हाँ जी, स्वागत है ਤੁਹਾਡਾ ਮੇਰੇ YouTube ਚੈਨਲ JGH ਐਜੂਕੇਸ਼ਨ ਪੁਆਇੰਟ ਦੇ ਵਿੱਚ। ਹੁਣ ਤੱਕ ਆਪਾਂ ਸਿੰਧ ਘਾਟੀ ਦੀ ਸਭਿਅਤਾ, ਵੈਦਿਕ ਸਭਿਅਤਾ, ਜੈਨ ਮਤ, ਬੁੱਧ ਮਤ, ਮੌਰੀਆ ਸਾਮਰਾਜ, ਚੰਦਰਗੁਪਤ ਮੌਰੀਆ, ਬਿੰਦੂਸਾਰ, ਅਸ਼ੋਕ, ਗੁਪਤ ਕਾਲ, ਸਮੁੰਦਰ ਗੁਪਤ, ਚੰਦਰਗੁਪਤ ਪਹਿਲਾ, ਚੰਦਰਗੁਪਤ ਦੂਜਾ, ਇਹਨਾਂ ਬਾਰੇ ਪੜ੍ਹ ਚੁੱਕੇ ਹਾਂ। ਜਿਨ੍ਹਾਂ ਨੇ ਵੀ ਮੇਰੇ ਇਹ ਚੈਨਲ 'ਤੇ ਲੈਸਨ ਨਹੀਂ ਦੇਖੇ ਉਹ ਮੇਰੇ ਚੈਨਲ ਉੱਪਰ ਜਾ ਕੇ ਇਹਨਾਂ ਲੈਸਨਸ ਨੂੰ ਦੇਖ ਸਕਦਾ ਹੈ। ਅੱਜ ਆਪਾਂ ਵਰਧਨ ਕਾਲ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ ਜੀ। ਵਰਧਨ ਕਾਲ ਦੀ ਏਜ ਆਫ ਵਰਧਨਸ। ਜੋ ਹਰਸ਼ਵਰਧਨ ਸੀ, ਹਰਸ਼ਵਰਧਨ ਥਾਨੇਸਰ, ਜੋ ਕਿ ਅੰਬਾਲਾ ਅਤੇ ਕਰਨਾਲ ਦੇ ਵਿਚਕਾਰ ਦਾ ਇਲਾਕਾ ਸੀ, ਦੇ ਸ਼ਾਸਕ ਪ੍ਰਭਾਕਰ ਵਰਧਨ ਦਾ ਛੋਟਾ ਪੁੱਤਰ ਸੀ। ਦੁਬਾਰਾ ਫੇਰ ਨੋਟ ਕਰ ਲਓ, ਹਰਸ਼ਵਰਧਨ ਥਾਨੇਸਰ, ਜੋ ਕਿ ਅੰਬਾਲਾ ਅਤੇ ਕਰਨਾਲ ਦੇ ਵਿਚਕਾਰ ਦਾ ਇਲਾਕਾ ਸੀ, ਦੇ ਸ਼ਾਸਕ ਪ੍ਰਭਾਕਰ ਵਰਧਨ ਦਾ ਛੋਟਾ ਪੁੱਤਰ ਸੀ। ਉਸ ਦਾ ਜਨਮ 4 ਜੂਨ 590 ਈਸਵੀ ਨੂੰ ਹੋਇਆ। ਉਸ ਦੀ ਮਾਤਾ ਦਾ ਨਾਮ ਯਸ਼ੋਮਤੀ ਸੀ। ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਉੱਤਰ ਭਾਰਤ ਦੇ ਰਾਜਨੀਤਿਕ ਪਤਨ ਦਾ ਦੌਰ ਸ਼ੁਰੂ ਹੋ ਗਿਆ ਸੀ। ਉਹ ਵਰਧਨ ਕਾਲ ਦੇ ਰਾਜ ਸਿੰਘਾਸਨ 'ਤੇ ਬੈਠਦੇ ਹੀ ਉਹ ਹਰਸ਼ਵਰਧਨ ਦੇ ਰਾਜ ਸਿੰਘਾਸਨ 'ਤੇ ਬੈਠਦੇ ਹੀ ਰੁਕ ਗਿਆ। ਜਿਹੜਾ ਪਤਨ ਦਾ ਕਾਲ ਗੁਪਤ ਕਾਲ ਤੋਂ ਬਾਅਦ ਸ਼ੁਰੂ ਹੋ ਗਿਆ ਸੀ, ਉਹ ਹਰਸ਼ਵਰਧਨ ਦੇ ਰਾਜ ਸਿੰਘਾਸਨ 'ਤੇ ਬੈਠਦੇ ਹੀ ਖਤਮ ਹੋ ਗਿਆ ਸੀਗਾ ਪਤਨ ਦਾ ਟਾਈਮ। 604 ਈਸਵੀ ਵਿੱਚ ਜਦੋਂ ਹੂਣਾ ਨੇ ਥਾਨੇਸ਼ਵਰ, ਕਈ ਜਗ੍ਹਾ 'ਤੇ ਥਾਨੇਸ਼ਵਰ ਵੀ ਹੈ, ਥਾਨੇਸ਼ਵਰ ਰਾਜ ਉੱਤੇ ਹਮਲਾ ਕੀਤਾ, ਤਾਂ ਉਹ ਵੀ ਆਪਣੇ ਵੱਡੇ ਭਰਾ ਰਾਜਵਰਧਨ ਦੇ ਨਾਲ ਉਹਨਾਂ ਦਾ ਸਾਹਮਣਾ ਕਰਨ ਗਿਆ। ਉਸ ਸਮੇਂ ਉਸ ਦੀ ਉਮਰ ਕੇਵਲ 14 ਸਾਲ ਦੀ ਸੀ। ਰਾਜਗੱਦੀ 'ਤੇ ਬੈਠਣਾ, ਹੁਣ ਦੇਖਦੇ ਹਾਂ ਆਪਾਂ ਵੀ ਹਰਸ਼ਵਰਧਨ ਰਾਜਗੱਦੀ ਦੇ ਉੱਪਰ ਕਿਵੇਂ ਬੈਠਿਆ ਸੀਗਾ। ਹਰਸ਼ਵਰਧਨ ਦੇ ਪਿਤਾ ਦੀ ਮੌਤ ਹੋ ਗਈ ਅਤੇ ਯਸ਼ੋਮਤੀ ਨੇ ਸਤੀ ਹੋ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਮਤਲਬ ਹਰਸ਼ਵਰਧਨ ਦੇ ਜਿਹੜੇ ਪਿਤਾ ਜੀ ਸੀ ਉਹਨਾਂ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਉਸ ਸਮੇਂ ਸਤੀ ਪ੍ਰਥਾ ਚੱਲਦੀ ਸੀ ਅਤੇ ਉਹਨਾਂ ਦੀ ਮਾਤਾ ਨੇ ਯਸ਼ੋਮਤੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਸੀਗੇ। ਹਰਸ਼ਵਰਧਨ ਦੀ ਬੇਨਤੀ 'ਤੇ 605 ਈਸਵੀ ਵਿੱਚ ਉਸ ਦਾ ਵੱਡਾ ਭਰਾ ਰਾਜਵਰਧਨ ਥਾਨੇਸ਼ਵਰ ਦਾ ਨਵਾਂ ਸ਼ਾਸਕ ਬਣਿਆ। ਮਤਲਬ ਪਿਤਾ ਦੀ ਮੌਤ ਦੇ ਉਸ ਤੋਂ ਬਾਅਦ ਹਰਸ਼ਵਰਧਨ ਨੇ ਬੇਨਤੀ ਕੀਤੀ ਕਿ ਉਹਨਾਂ ਦੇ ਵੱਡੇ ਭਰਾ ਰਾਜਵਰਧਨ ਨੂੰ ਗੱਦੀ 'ਤੇ ਬਿਠਾਇਆ ਜਾਵੇ ਅਤੇ ਉਹਨਾਂ ਦੇ ਵੱਡੇ ਭਰਾ ਰਾਜਵਰਧਨ ਨੂੰ ਗੱਦੀ 'ਤੇ ਬਿਠਾ ਦਿੱਤਾ ਗਿਆ। ਗੌੜ ਉਸ ਸਮੇਂ ਬੰਗਾਲ ਨੂੰ ਗੌੜ ਕਿਹਾ ਜਾਂਦਾ ਸੀ। ਗੌੜ ਪ੍ਰਦੇਸ਼ ਦੇ ਸ਼ਾਸਕ ਸ਼ਸ਼ਾਂਕ ਅਤੇ ਮਾਲਵਾ ਦੇ ਸ਼ਾਸਕ ਦੇਵਗੁਪਤ ਨੇ ਮਿਲ ਕੇ ਕਨੌਜ ਦੇ ਸ਼ਾਸਕ ਗ੍ਰਹਿਵਰਧਨ ਨੂੰ ਮਾਰ ਦਿੱਤਾ ਸੀ। ਕਿਹਨੇ ਮਾਰਿਆ ਸੀਗਾ? ਗੌੜ ਦੇ ਸ਼ਾਸਕ ਸ਼ਸ਼ਾਂਕ ਨੇ ਅਤੇ ਮਾਲਵਾ ਦੇ ਸ਼ਾਸਕ ਦੇਵਗੁਪਤ ਨੇ ਮਿਲ ਕੇ ਕਨੌਜ ਦੇ ਸ਼ਾਸਕ ਗ੍ਰਹਿਵਰਧਨ ਨੂੰ ਮਾਰ ਦਿੱਤਾ। ਹੁਣ ਗ੍ਰਹਿਵਰਧਨ ਹੈ ਕੌਣ ਸੀ? ਉਹ ਹਰਸ਼ਵਰਧਨ ਦਾ ਜੀਜਾ ਲੱਗਦਾ ਸੀ ਅਤੇ ਰਾਜਵਰਧਨ ਦੀ ਭੈਣ ਰਾਜਸੀ ਨੂੰ ਕੈਦੀ ਬਣਾ ਲਿਆ। ਮਤਲਬ ਗ੍ਰਹਿਵਰਧਨ ਦੀ ਵਾਈਫ, ਪਤਨੀ, ਜਿਹੜੀ ਕਿ ਹਰਸ਼ਵਰਧਨ ਦੀ ਭੈਣ ਸੀ, ਰਾਜਸੀ, ਉਹਨੂੰ ਕੈਦੀ ਬਣਾ ਲਿਆ। ਆਪਣੀ ਭੈਣ
ਰਾਜਸੀ ਨੂੰ ਕੈਦ ਵਿੱਚੋਂ ਛੁਡਾਉਣ ਲਈ ਰਾਜਵਰਧਨ ਨੇ ਮਾਲਵਾ 'ਤੇ ਹਮਲਾ ਕੀਤਾ। ਜੇਤੂ ਵੀ ਰਿਹਾ, ਪਰ ਗੌੜ ਨਰੇਸ਼ ਸ਼ਸ਼ਾਂਕ ਦੀ ਕੂਟਨੀਤੀ ਕਾਰਨ ਉਸ ਨੂੰ ਆਪਣੀ ਜਾਨ ਗਵਾਉਣੀ ਪਈ। ਠੀਕ ਹੈ, ਰਾਜਸੀ ਨੂੰ ਕੈਦ 'ਚ ਛੁਡਾਉਣ ਲਈ ਰਾਜਵਰਧਨ ਨੇ ਹਮਲਾ ਕੀਤਾ। ਜੇਤੂ ਵੀ ਰਿਹਾ, ਪਰ ਸ਼ਸ਼ਾਂਕ ਨੇ ਕੂਟਨੀਤੀ ਨਾਲ ਉਹਨੂੰ ਆਪਣੀ ਜਾਨ ਗਵਾਉਣੀ ਪਈ ਰਾਜਵਰਧਨ ਨੂੰ। ਅਜਿਹੇ ਸੰਕਟ ਭਰੇ ਹਾਲਾਤਾਂ ਵਿੱਚ ਹਰਸ਼ਵਰਧਨ 606 ਈਸਵੀ ਵਿੱਚ ਰਾਜਗੱਦੀ 'ਤੇ ਬੈਠਾ ਜਾਂ ਉਸਨੇ ਰਾਜਗੱਦੀ ਨੂੰ ਸੰਭਾਲਿਆ। ਉਸ ਸਮੇਂ ਇਸ ਦੀ ਉਮਰ ਸਿਰਫ 16 ਸਾਲ ਦੀ ਸੀ। ਹੁਣ ਉਸ ਸਾਹਮਣੇ ਦੋ ਮੁੱਖ ਚੁਣੌਤੀਆਂ ਸੀ। ਇੱਕ ਤਾਂ ਆਪਣੇ ਭਰਾ ਦਾ ਅਤੇ ਦੂਜੇ ਜੀਜੇ ਦੀ ਮੌਤ ਦਾ ਬਦਲਾ ਲੈਣਾ। ਉਹਦੇ ਸਾਹਮਣੇ ਦੋ ਮੁੱਖ ਚੁਣੌਤੀਆਂ ਹੋ ਗਈਆਂ। ਇੱਕ ਤਾਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਅਤੇ ਦੂਜੇ ਜੀਜੇ ਦੀ ਮੌਤ ਦਾ ਬਦਲਾ ਲੈਣਾ, ਅਤੇ ਦੂਸਰੇ ਪਾਸੇ ਆਪਣੀ ਭੈਣ ਨੂੰ ਕਨੌਜ ਦੀ ਕੈਦ ਵਿੱਚੋਂ ਛੁਡਾਉਣਾ। ਹਰਸ਼ਵਰਧਨ ਨੇ ਇਸ ਉਦੇਸ਼ ਨਾਲ ਇੱਕ ਵਿਸ਼ਾਲ ਸੈਨਾ ਦਾ ਸੰਗਠਨ ਕੀਤਾ। ਮਾਲਵਾ ਦੇ ਸ਼ਾਸਕ ਦੇਵਗੁਪਤ ਅਤੇ ਗੌੜ ਦੇ ਸ਼ਾਸਕ ਸ਼ਸ਼ਾਂਕ ਇਹ ਦੇਖ ਕੇ ਭੱਜ ਗਏ। ਦੂਜੇ ਪਾਸੇ ਰਾਜਸੀ, ਜੋ ਕਿ ਹਰਸ਼ਵਰਧਨ ਦੀ ਭੈਣ ਸੀ, ਕਿਸੇ ਤਰ੍ਹਾਂ ਕੈਦ ਵਿੱਚੋਂ ਨਿਕਲ ਆਈ। ਉਸਨੇ ਖੁਦ ਨੂੰ ਸਤੀ ਕਰਨ ਦਾ ਪ੍ਰਣ ਲਿਆ ਹੋਇਆ ਸੀ, ਕਿਉਂਕਿ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਸੀਗੀ। ਉਹਨੇ ਸਤੀ ਹੋਣ ਦਾ ਪ੍ਰਣ ਲਿਆ ਹੋਇਆ ਸੀ। ਇਸ ਉਦੇਸ਼ ਨਾਲ ਵਿੰਧਿਆਚਲ ਚਲੀ ਗਈ, ਪਰ ਹਰਸ਼ਵਰਧਨ ਨੇ ਸਮੇਂ 'ਤੇ ਪਹੁੰਚ ਕੇ ਉਹਦੀ ਜਾਨ ਨੂੰ ਬਚਾ ਲਿਆ। ਕਨੌਜ ਦੇ ਲੋਕਾਂ ਨੇ ਹਰਸ਼ਵਰਧਨ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਕਨੌਜ ਦੀ ਜ਼ਿੰਮੇਵਾਰੀ ਸੰਭਾਲਣ ਦੀ ਬੇਨਤੀ ਕੀਤੀ। ਹਰਸ਼ਵਰਧਨ ਨੇ ਕਨੌਜ ਅਤੇ ਥਾਨੇਸ਼ਵਰ ਨੂੰ ਇਕੱਠਾ ਕਰਕੇ ਰਾਜ ਬਣਾ ਲਿਆ ਜਾਂ ਆਪਣੇ ਰਾਜ 'ਚ ਮਿਲਾ ਲਿਆ ਅਤੇ ਕਨੌਜ ਨੂੰ ਆਪਣੇ ਰਾਜ ਦੀ ਰਾਜਧਾਨੀ ਘੋਸ਼ਿਤ ਕਰਤਾ। ਹੁਣ ਗੱਲ ਕਰਦੇ ਹਾਂ ਆਪਾਂ ਹਰਸ਼ਵਰਧਨ ਦੀ ਜਿੱਤਾਂ ਦੀ। ਪਹਿਲੀ ਹੈਗੀ ਹੈ ਗੌੜ ਦੀ ਜਿੱਤ। ਗੌੜ ਬੰਗਾਲ ਦਾ ਸ਼ਾਸਕ ਸ਼ਸ਼ਾਂਕ ਸੀ। ਉਸਨੇ ਹਰਸ਼ ਦੇ ਵੱਡੇ ਭਰਾ ਨੂੰ ਧੋਖੇ ਨਾਲ ਕਤਲ ਕਰਵਾ ਦਿੱਤਾ ਸੀ। ਪਹਿਲਾਂ ਪੜ੍ਹਿਆ ਆਪਾਂ। ਇਸ ਤੋਂ ਬਿਨਾਂ ਉਹ ਬੌਧੀਆਂ ਦਾ ਕੱਟੜ ਦੁਸ਼ਮਣ ਸੀ। ਉਸਨੇ ਗਿਆ ਦੇ ਪਵਿੱਤਰ ਬੌਧੀ ਰੁੱਖ ਨੂੰ ਕਟਵਾ ਦਿੱਤਾ ਸੀ। ਕਿਹਨੇ? ਸ਼ਸ਼ਾਂਕ ਨੇ। ਅਤੇ ਕੁਸ਼ੀਨਗਰ ਤੇ ਬਨਾਰਸ ਵਿੱਚ ਬੌਧੀ ਵਿਹਾਰਾਂ ਨੂੰ ਨਸ਼ਟ ਕਰ ਦਿੱਤਾ ਸੀ। ਉਸਨੇ ਆਪਣੇ ਪ੍ਰਧਾਨ ਮੰਤਰੀ ਭੰਡੀ ਦੀ ਅਗਵਾਈ ਵਿੱਚ ਸ਼ਸ਼ਾਂਕ 'ਤੇ ਚੜ੍ਹਾਈ ਕੀਤੀ, ਪਰ ਉਸ ਨੂੰ ਪੂਰੀ ਤਰ੍ਹਾਂ ਹਰਾ ਨਾ ਸਕਿਆ। ਬਾਅਦ ਵਿੱਚ ਉਸਨੇ ਰਾਜਾ ਭਾਸਕਰ ਵਰਧਨ ਦੇ ਨਾਲ ਮਿਲ ਕੇ ਸ਼ਸ਼ਾਂਕ 'ਤੇ ਇੱਕ ਵਾਰੀ ਫਿਰ ਹਮਲਾ ਕੀਤਾ। ਇਸ ਵਾਰ ਉਸਨੇ ਬੁਰੀ ਤਰ੍ਹਾਂ ਸ਼ਸ਼ਾਂਕ ਨੂੰ ਹਰਾਇਆ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪ੍ਰਦੇਸ਼ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਨੰਬਰ 2 ਤੇ ਗੱਲ ਕਰਦੇ ਹਾਂ ਆਪਾਂ 5 ਪ੍ਰਦੇਸ਼ਾਂ ਦੀ ਜਿੱਤ। ਹਿਊਨ-ਸਾਂਗ ਨੇ ਹਰਸ਼ਵਰਧਨ ਨੇ ਕਾਮਰੂਪ ਦਾ ਇਲਾਕਾ ਜਿੱਤ ਲਿਆ ਸੀ। ਹਰਸ਼ਵਰਧਨ ਨੇ ਕਾਮਰੂਪ ਦਾ ਇਲਾਕਾ ਜਿੱਤ ਲਿਆ ਸੀ, ਪਰ ਇਸ ਨੂੰ ਵਾਪਸ ਕਰ ਦਿੱਤਾ ਸੀ। ਹਿਊਨ-ਸਾਂਗ ਦੇ ਅਨੁਸਾਰ ਇਹ ਵੀ ਹਰਸ਼ਵਰਧਨ ਨੇ ਕਾਮਰੂਪ ਦਾ ਇਲਾਕਾ ਜਿੱਤ ਲਿਆ ਸੀ, ਪਰ ਇਸ ਨੂੰ ਵਾਪਸ ਕਰ ਦਿੱਤਾ ਸੀ। ਇਸ ਅਨੁਸਾਰ ਉਸਨੇ 606 ਈਸਵੀ ਤੋਂ 612 ਈਸਵੀ ਤੱਕ ਉੱਤਰੀ ਭਾਰਤ ਦੇ 5 ਪ੍ਰਦੇਸ਼ਾਂ ਉੱਤੇ ਜਿੱਤ ਪ੍ਰਾਪਤ ਕੀਤੀ। ਮਤਲਬ 606 ਤੋਂ 612 ਈਸਵੀ ਤੱਕ ਉੱਤਰੀ ਭਾਰਤ ਦੇ 5 ਪ੍ਰਦੇਸ਼ਾਂ ਉੱਤੇ ਜਿੱਤ ਪ੍ਰਾਪਤ ਕੀਤੀ। ਇਹ ਪ੍ਰਦੇਸ਼ ਕਿਹੜੇ ਕਿਹੜੇ ਸੀਗੇ? ਪੰਜਾਬ, ਕਨੌਜ, ਬੰਗਾਲ, ਬਿਹਾਰ ਅਤੇ ਉੜੀਸਾ। ਹੁਣ ਗੱਲ ਕਰਦੇ ਹਾਂ ਵੱਲਭੀ ਦੀ ਜਿੱਤ ਦੀ। ਵੱਲਭੀ ਮਤਲਬ ਉਸ ਸਮੇਂ ਗੁਜਰਾਤ ਦਾ ਨਾਮ ਸੀ। ਗੁਜਰਾਤ ਜਾਂ ਵੱਲਭੀ ਦਾ ਰਾਜਾ ਧਰੂਵ ਸੈਨ ਦੂਜਾ ਸੀ। ਹਰਸ਼ ਨੇ ਧਰੂਵ ਸੈਨ ਦੂਜੇ ਨੂੰ ਜੰਗ ਦੇ ਵਿੱਚ ਹਰਾ ਦਿੱਤਾ ਅਤੇ ਧਰੂਵ ਸੈਨ ਨੇ ਹਰਸ਼ ਦੀ ਅਧੀਨਤਾ ਸਵੀਕਾਰ ਕਰ ਲਈ। ਧਰੂਵ ਸੈਨ ਨੇ ਚੰਗੇ
ਧਰੂਵ ਸੈਨ ਦੇ ਚੰਗੇ ਵਿਵਹਾਰ ਤੋਂ ਖੁਸ਼ ਹੋ ਕੇ ਹਰਸ਼ ਨੇ ਆਪਣੀ ਲੜਕੀ ਦਾ ਵਿਆਹ ਉਸ ਨਾਲ ਕਰ ਦਿੱਤਾ। ਇਸ ਨਾਲ ਵੱਲਭੀ ਚਾਲੁਕਿਆਂ ਦੇ ਉੱਤਰ ਵਿੱਚ ਵਿਸਤਾਰ ਦੇ ਵਿੱਚ ਰੁਕਾਵਟ ਬਣ ਗਿਆ ਸੀ। ਠੀਕ, ਅੱਗੇ ਕਾਮਰੂਪ ਦੀ ਜਿੱਤ। ਹਰਸ਼ਵਰਧਨ ਦੀ ਕਾਮਰੂਪ ਆਸਾਮ ਦੇ ਰਾਜਾ ਭਾਸ਼ਕਰ ਵਰਧਨ ਨਾਲ ਸੰਧੀ ਹੋ ਗਈ ਸੀ। ਇਸ ਦੀ ਸਹਾਇਤਾ ਨਾਲ ਹੀ ਸ਼ਸ਼ਾਂਕ ਦੇ ਦੰਦ ਖੱਟੇ ਕੀਤੇ ਸੀ। ਭਾਸ਼ਕਰ ਦੀ ਹੈਲਪ ਦੇ ਨਾਲ ਇਹਨੇ ਪਹਿਲਾਂ ਰਾਜੇ ਨੂੰ ਹਰਾਇਆ ਸੀ, ਸ਼ਸ਼ਾਂਕ ਨੂੰ। ਠੀਕ ਹੈ, ਤੇ ਇਸ ਦੀ ਸਹਾਇਤਾ ਨਾਲ ਹੀ ਸ਼ਸ਼ਾਂਕ ਦੇ ਦੰਦ ਖੱਟੇ ਕੀਤੇ। ਇਸ ਦੀ ਸਹਾਇਤਾ ਨਾਲ ਹੀ ਉਹ ਆਪਣੇ ਭਰਾ ਦੇ ਕਤਲ ਦਾ ਬਦਲਾ ਲੈ ਸਕਿਆ ਸੀ। ਗੱਲ ਕਰਦੇ ਹਾਂ ਅੱਗੇ ਸਿੰਧ ਪ੍ਰਦੇਸ਼ ਦੀ ਜਿੱਤ। ਇੱਥੋਂ ਦਾ ਰਾਜਾ ਜਾਤਰਾ ਸ਼ੂਦਰ ਸੀ ਅਤੇ ਉਹ ਬੁੱਧ ਧਰਮ ਨੂੰ ਮੰਨਦਾ ਸੀ। ਹਰਸ਼ ਨੇ ਸਿੰਧ ਉੱਤੇ ਜਿੱਤ ਪ੍ਰਾਪਤ ਕਰਕੇ ਉੱਥੋਂ ਦੀ ਸਾਰੀ ਸੰਪਤੀ ਨੂੰ ਉੱਤੇ ਆਪਣਾ ਕਬਜ਼ਾ ਕਰ ਲਿਆ। ਸਿੰਧ ਪ੍ਰਦੇਸ਼ ਦੇ ਉੱਪਰ ਸਾਰੀ ਸੰਪਤੀ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਪੁਲਕੇਸ਼ਨ ਦੂਜੇ ਨਾਲ ਯੁੱਧ। ਪੁਲਕੇਸ਼ਨ ਦੂਜਾ ਚਾਲੁਕਿਆ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ। ਪੁਲਕੇਸ਼ਨ ਦੂਜਾ ਜਿਹੜਾ ਚਾਲੁਕਿਆ ਵੰਸ਼ ਸੀ ਉਸ ਸਮੇਂ ਦਾ ਸ਼ਕਤੀਸ਼ਾਲੀ ਵੰਸ਼ਾਂ ਦੇ ਵਿੱਚ ਸੀ। ਹਰਸ਼ ਨੇ ਉੱਤਰੀ ਭਾਰਤ ਦੀ ਜਿੱਤ ਤੋਂ ਬਾਅਦ ਦੱਖਣੀ ਭਾਰਤ ਨੂੰ ਜਿੱਤਣ ਦਾ ਨਿਸ਼ਚੈ ਕੀਤਾ। ਪੁਲਕੇਸ਼ਨ ਦੂਜੇ ਦਾ ਸਾਹਮਣਾ ਕਰਨ ਲਈ ਉਹ ਇੱਕ ਵੱਡੀ ਸੈਨਾ ਲੈ ਕੇ ਨਰਮਦਾ ਨਦੀ ਦੇ ਕੰਢੇ ਤੇ ਪਹੁੰਚਿਆ। ਯੁੱਧ ਹੋਇਆ ਪਰ ਉਸ ਦੀ ਇਸ ਦੇ ਵਿੱਚ ਹਾਰ ਹੋਈ ਅਤੇ ਹਾਰਨ ਤੋਂ ਬਾਅਦ ਉਹ ਵਾਪਸ ਪਰਤ ਆਇਆ। ਮਤਲਬ ਪੁਲਕੇਸ਼ਨ ਨਾਲ ਲੜਾਈ ਵਿੱਚ ਇਹ ਹਾਰ ਗਿਆ ਸੀ ਅਤੇ ਨਰਮਦਾ ਨਦੀ ਦੱਖਣ ਵਿੱਚ ਉਸ ਦੇ ਰਾਜ ਦੀ ਹੱਦ ਬਣ ਗਈ। ਠੀਕ, ਪੁਲਕੇਸ਼ਨ ਦੂਜੇ ਨੇ ਇਸ ਯੁੱਧ ਤੋਂ ਬਾਅਦ ਪਰਮੇਸ਼ਰ ਦੀ ਉਪਾਧੀ ਧਾਰਨ ਕੀਤੀ। ਦੇਖੋ, ਇੱਧਰੋਂ ਤਾਂ ਹਰਸ਼ਵਰਧਨ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ, ਉਧਰੋਂ ਪੁਲਕੇਸ਼ਨ ਚਾਲੁਕਿਆਂ ਦਾ ਸੀ। ਹਰਸ਼ਵਰਧਨ ਨੂੰ ਹਰਾਉਣ ਤੋਂ ਬਾਅਦ ਉਹਨੇ ਪਰਮੇਸ਼ਰ ਦੀ ਉਪਾਧੀ ਧਾਰਨ ਕੀਤੀ। ਨੰਬਰ 7 ਤੇ ਬਰਫੀਲੇ ਪ੍ਰਦੇਸ਼ਾਂ ਉੱਤੇ ਜਿੱਤ। ਕੁਝ ਲੇਖਕਾਂ ਅਨੁਸਾਰ ਇਹ ਬਰਫੀਲਾ ਪ੍ਰਦੇਸ਼ ਅਸਲ ਵਿੱਚ ਨੇਪਾਲ ਸੀ। ਇਸ ਤੋਂ ਬਿਨਾਂ ਉਸਨੇ ਕਸ਼ਮੀਰ ਪ੍ਰਦੇਸ਼ ਨੂੰ ਵੀ ਜਿੱਤਿਆ ਅਤੇ ਉੱਥੋਂ ਦੇ ਸ਼ਾਸਕ ਤੋਂ ਬੁੱਧ ਦਾ ਦੰਦ ਪ੍ਰਾਪਤ ਕੀਤਾ। ਪਰ ਕੁਝ ਇਤਿਹਾਸਕਾਰ ਇਸ ਨੂੰ ਸਹੀ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਕਸ਼ਮੀਰ ਅਤੇ ਨੇਪਾਲ ਹਰਸ਼ ਦੇ ਰਾਜ ਦਾ ਭਾਗ ਨਹੀਂ ਸਨ। ਨੰਬਰ 8 ਗੰਜਮ ਦੀ ਜਿੱਤ। ਪੁਲਕੇਸ਼ਨ ਤੋਂ ਹਾਰਨ ਤੋਂ ਬਾਅਦ ਉਸਨੇ ਹਰਸ਼ਵਰਧਨ ਨੇ ਪੂਰਬੀ ਭਾਰਤ ਦੇ ਪ੍ਰਦੇਸ਼ ਗੰਜਮ ਮਤਲਬ ਉੜੀਸਾ ਦਾ ਨਾਮ ਸੀ ਉਸ ਸਮੇਂ ਤੇ ਹਮਲਾ ਕੀਤਾ। ਉੱਥੇ ਸ਼ਸ਼ਾਂਕ ਦਾ ਸਾਮੰਤ ਸ਼ਾਸਨ ਕਰ ਰਿਹਾ ਸੀ। ਉਹ ਸ਼ਸ਼ਾਂਕ ਜਿਹੜਾ ਹਰਾਇਆ ਸੀ ਪਹਿਲਾਂ, ਉਹਦਾ ਸਾਮੰਤ ਸੀਗਾ, ਉਹ ਸ਼ਾਸਨ ਕਰ ਰਿਹਾ ਸੀ। ਹਰਸ਼ ਨੇ ਉਸ ਨੂੰ ਹਰਾ ਦਿੱਤਾ ਅਤੇ ਗੰਜਮ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਇਹਦੇ ਰਾਜ ਦੀ ਗੱਲ ਕਰਦੇ ਹਾਂ ਆਪਾਂ। ਹਰਸ਼ਵਰਧਨ ਨੇ ਆਪਣੀਆਂ ਜਿੱਤਾਂ ਨਾਲ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਉਸ ਦਾ ਸਾਮਰਾਜ ਹਿਮਾਲਾ ਤੋਂ ਲੈ ਕੇ ਨਰਮਦਾ ਨਦੀ ਤੱਕ ਅਤੇ ਕਾਮਰੂਪ ਤੋਂ ਪੂਰਬੀ ਪੰਜਾਬ ਤੱਕ ਫੈਲਿਆ ਹੋਇਆ ਸੀ। ਉਸ ਦੇ ਸਾਮਰਾਜ ਦੇ ਮੁੱਖ ਪ੍ਰਦੇਸ਼ ਥਾਨੇਸ਼ਵਰ, ਕਨੌਜ, ਬੰਗਾਲ, ਬਿਹਾਰ, ਉੜੀਸਾ, ਮਾਲਵਾ, ਵੱਲਭੀ ਅਤੇ ਪੂਰਬੀ ਪੰਜਾਬ ਸਨ। ਹੁਣ ਗੱਲ ਕਰਦੇ ਹਾਂ ਆਪਾਂ ਇਹਨਾਂ ਦੇ ਸੈਨਿਕ ਪ੍ਰਬੰਧ ਦੀ। ਹਰਸ਼ ਦੀ ਸੈਨਾ 4 ਹਿੱਸਿਆਂ ਵਿੱਚ ਵੰਡੀ ਹੋਈ ਸੀ, ਜਿਸ ਵਿੱਚ ਪੈਦਲ, ਘੋੜਸਵਾਰ, ਰੱਥ ਅਤੇ ਹਾਥੀ ਸਨ। ਇਸ ਦੀ ਸੈਨਾ ਵਿੱਚ ਊਂਟ ਸੈਨਾ ਦਾ ਵੀ ਪਤਾ ਚੱਲਦਾ ਹੈ। ਇਸ ਦੀ ਸੈਨਾ ਵਿੱਚ 60,000 ਦੇ ਕਰੀਬ ਹਾਥੀ ਅਤੇ 1 ਲੱਖ ਦੇ ਲਗਭਗ ਘੋੜੇ ਸਨ। ਸੈਨਾ ਲਈ ਘੋੜੇ ਈਰਾਨ ਅਤੇ ਅਫਗਾਨਿਸਤਾਨ ਤੋਂ ਮੰਗਵਾਏ ਜਾਂਦੇ ਸਨ। ਹੁਣ ਗੱਲ ਕਰਦੇ ਹਾਂ ਵਿਦਵਾਨਾਂ ਦੀ। ਹਰਸ਼ਵਰਧਨ ਆਪ ਇੱਕ ਉੱਚ ਕੋਟੀ ਦਾ ਵਿਦਵਾਨ ਸੀ। ਉਸਨੇ ਰਤਨਾਵਲੀ,
ਪ੍ਰਿਯਦਰਸ਼ਿਕਾ ਅਤੇ ਨਾਗਾਨੰਦ ਨਾਮਕ 3 ਪ੍ਰਸਿੱਧ ਨਾਟਕਾਂ ਦੀ ਰਚਨਾ ਕੀਤੀ ਸੀ। ਇਹ ਕਈ ਵਾਰ ਆ ਜਾਂਦੇ ਆ, ਹਰਸ਼ਵਰਧਨ ਦੁਆਰਾ ਰਚਿਤ ਨਾਟਕ ਕਿਹੜੇ ਕਿਹੜੇ ਨੇ? ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਾਨੰਦ ਨਾਮਕ 3 ਪ੍ਰਸਿੱਧ ਨਾਟਕਾਂ ਦੀ ਰਚਨਾ ਕੀਤੀ। ਇਹਨਾਂ ਰਚਨਾਵਾਂ ਦੇ ਕਾਰਨ ਹੀ ਇਸ ਦੀ ਤੁਲਨਾ ਕਾਲੀਦਾਸ ਨਾਲ ਕੀਤੀ ਜਾਂਦੀ ਹੈ। ਉਹ ਆਪ ਵਿਦਵਾਨ ਸੀ, ਤਾਂ ਕਰਕੇ ਉਹ ਬਾਕੀ ਵਿਦਵਾਨਾਂ ਦਾ ਆਦਰ ਸਤਿਕਾਰ ਕਰਦਾ ਸੀ। ਉਸ ਦੇ ਦਰਬਾਰ ਵਿੱਚ ਅਨੇਕਾਂ ਵਿਦਵਾਨ ਸਨ, ਜਿਨ੍ਹਾਂ ਵਿੱਚੋਂ ਬਾਣ ਭੱਟ ਸਭ ਤੋਂ ਵੱਧ ਪ੍ਰਸਿੱਧ ਹੈ। ਉਸਨੇ ਹਰਸ਼ਚਰਿਤ ਅਤੇ ਕਦੰਬਰੀ ਨਾਮਕ 2 ਰਚਨਾਵਾਂ ਲਿਖੀਆਂ। ਮਯੂਰ ਨੇ ਸੂਰਜ ਦੇਵਤਾ ਦੀ ਮਹਿਮਾ ਵਿੱਚ ਸੂਰਜ ਸ਼ਤਕ ਦੀ ਰਚਨਾ ਕੀਤੀ। ਮਯੂਰ ਵੀ ਇੱਕ ਵਿਦਵਾਨ ਸੀ ਉਸ ਸਮੇਂ ਦਾ। ਮਯੂਰ ਨੇ ਸੂਰਜ ਦੇਵਤਾ ਦੀ ਮਹਿਮਾ ਵਿੱਚ ਸੂਰਜ ਸ਼ਤਕ ਦੀ ਰਚਨਾ ਕੀਤੀ। ਦਿਵਾਕਰ ਇੱਕ ਬੌਧੀ ਦਾਰਸ਼ਨਿਕ ਸੀ। ਉਸ ਦੀਆਂ ਰਤਨਕੂਟ ਸੂਤਰ ਅਤੇ ਸਰਵਦਰਸ਼ਨ ਸੰਗ੍ਰਹਿ ਨਾਮਕ ਰਚਨਾਵਾਂ ਬਹੁਤ ਪ੍ਰਸਿੱਧ ਹਨ। ਅੱਗੇ ਭਰਥਰੀ ਨੇ ਵਾਕਪਧੀਏ ਵਿਆਕਰਨ, ਜੋ ਕਿ ਇੱਕ ਬਹੁਤ ਮਹੱਤਵਪੂਰਨ ਰਚਨਾ ਸੀ, ਲਿਖੀ। ਜੈਸੇਨ ਅਨੇਕਾਂ ਕਲਾਵਾਂ ਦਾ ਪੰਡਤ ਸੀ। ਹਰਸ਼ ਨੇ ਉਸ ਨੂੰ 80 ਪਿੰਡਾਂ ਦੀ ਆਮਦਨ ਦਾਨ ਦੇ ਰੂਪ ਵਿੱਚ ਦੇਣੀ ਚਾਹੀ, ਪਰ ਉਸਨੇ ਇਨਕਾਰ ਕਰ ਦਿੱਤਾ। ਹੁਣ ਗੱਲ ਕਰਦੇ ਹਾਂ ਹਿਊਨ-ਸਾਂਗ ਦੀ। ਹਿਊਨ-ਸਾਂਗ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ, ਜੋ ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ। ਇਤਿਹਾਸਕਾਰ ਉਸ ਨੂੰ ਯਾਤਰੀਆਂ ਦਾ ਰਾਜਕੁਮਾਰ ਮੰਨਦੇ ਹਨ। ਉਸ ਦਾ ਜਨਮ 600 ਈਸਵੀ ਵਿੱਚ ਚੀਨ ਦੇ ਹੁਨਾਨਫੂ ਨਾਮ ਦੇ ਸ਼ਹਿਰ ਵਿੱਚ ਹੋਇਆ। 20 ਸਾਲ ਦੀ ਉਮਰ ਵਿੱਚ ਉਹ ਬੌਧੀ ਭਿਕਸ਼ੂ ਬਣ ਗਿਆ। ਬੌਧੀ ਭਿਕਸ਼ੂ ਬਣਨ ਦੇ 9 ਸਾਲ ਦੇ ਮਗਰੋਂ ਉਸਨੇ ਬੁੱਧ ਤੀਰਥ ਸਥਾਨਾਂ ਦੀ ਯਾਤਰਾ ਕਰਨ ਅਤੇ ਬੁੱਧ ਸਾਹਿਤ ਦਾ ਅਧਿਐਨ ਕਰਨ ਦੇ ਉਦੇਸ਼ ਨਾਲ ਭਾਰਤ ਆਇਆ ਸੀ। ਉਸਨੇ ਨਾਲੰਦਾ ਯੂਨੀਵਰਸਿਟੀ ਵਿੱਚ 5 ਸਾਲ ਤੱਕ ਸਿੱਖਿਆ ਪ੍ਰਾਪਤ ਕੀਤੀ। ਉਹ ਲਗਭਗ 8 ਸਾਲ ਤੱਕ ਹਰਸ਼ਵਰਧਨ ਦੇ ਰਾਜ ਵਿੱਚ ਰਿਹਾ। ਫਿਰ 644 ਈਸਵੀ ਵਿੱਚ ਉਹ ਚੀਨ ਲਈ ਵਾਪਸ ਪਰਤ ਗਿਆ। ਹਿਊਨ-ਸਾਂਗ ਆਪਣੇ ਨਾਲ ਮਹਾਤਮਾ ਬੁੱਧ ਦੀਆਂ ਅਨੇਕਾਂ ਮੂਰਤੀਆਂ ਅਤੇ 657 ਹੱਥ ਲਿਖਤਾਂ ਵੀ ਨਾਲ ਲੈ ਗਿਆ। ਉਸਨੇ ਆਪਣੀ ਭਾਰਤ ਯਾਤਰਾ ਦਾ ਵਰਣਨ ਆਪਣੀ ਪੁਸਤਕ ਸ਼ੀਯੂਕੀ ਵਿੱਚ ਕੀਤਾ ਹੈ। ਇਸ ਤਰ੍ਹਾਂ ਆਪਾਂ ਹਿਊਨ-ਸਾਂਗ ਬਾਰੇ ਬੜੀ ਧਿਆਨ ਨਾਲ ਪੜ੍ਹਿਆ। ਇਸ ਨੂੰ ਤੁਸੀਂ ਨੋਟ ਕਰ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੈਸਨ ਸਮਝ ਆ ਗਿਆ ਹੋਊਗਾ। ਤੁਸੀਂ ਇਸ ਨੂੰ ਪੜ੍ਹ ਕੇ ਇਸ ਤੋਂ ਫਾਇਦਾ ਲੈ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।